ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿ ਰਹੇ ਹੋਵੋਗੇ। ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਦੋ ਖਬਰਾਂ ਨੇ ਜਿਹੜੀਆਂ ਉਹ ਬੜੀ ਚਿੰਤਾ ਵਾਲੀਆਂ ਆਈਆਂ ਨੇ। ਇੱਕ ਖਬਰ ਜਿਹੜੀ ਆਈ ਹੈ 21 ਅਪ੍ਰੈਲ ਨੂੰ, ਉਹਦੇ ਵਿੱਚ ਭਾਰਤੀ ਮੈਡੀਕਲ ਖੋਜ ਕੌਂਸਲ ਯਾਨੀ ਕਿ ICMR ਨੇ ਕਿਹਾ ਕਿ ਪੂਰੇ 2 ਦਿਨ ਭਾਰਤ ਦੇ ਵਿੱਚ ਜਿਹੜੀਆਂ ਰੈਪਿਡ ਟੈਸਟ ਕਿੱਟਾਂ ਨੇ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ। ਰੈਪਿਡ ਟੈਸਟ ਕਿੱਟਾਂ ਦੇ ਨਾਲ ਕਰੋਨਾ ਵਾਇਰਸ ਦੇ ਟੈਸਟ ਨਾ ਕੀਤੇ ਜਾਣ। ਕੌਂਸਲ ਨੇ ਇਹ ਕਿਹਾ ਕਿ ਇਹਨਾਂ ਦੀ ਵਰਤੋਂ ਘੱਟ 2 ਦਿਨਾਂ ਦੇ ਲਈ ਇਸ ਕਰਕੇ ਰੋਕੀ ਜਾਂਦੀ ਹੈ ਕਿਉਂਕਿ ਕਿੱਟਾਂ ਨੇ ਜਿਹੜੀਆਂ ਉਹ ਗਲਤ ਨਤੀਜੇ ਦੇ ਰਹੀਆਂ ਨੇ। ਦੂਜੀ ਖਬਰ ਹੈ ਉਹ ਵੀ ICMR ਦੇ ਜਿਹੜੇ ਮੁੱਖ ਵਿਗਿਆਨੀ ਨੇ ਡਾਕਟਰ ਰਮਨ ਆਰ ਖੰਡਕੇਡਕਰ, ਉਹਨਾਂ ਨੇ NDTV ਦੇ ਨਾਲ ਗੱਲ ਕੀਤੀ ਸੀ ਪਰਸੋਂ। ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਵਿੱਚ 80% ਕੇਸ ਨੇ ਜਿਹੜੇ ਉਹ ਬਿਨਾਂ ਕਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਿਲ ਰਹੇ ਨੇ। ਯਾਨੀ ਕਿ ਕਰੋਨਾ ਵਾਇਰਸ ਦਾ ਲੱਛਣ ਨਹੀਂ ਹੁੰਦਾ, ਲਾਗ ਦਾ ਕੋਈ ਸੰਕੇਤ ਨਹੀਂ ਹੁੰਦਾ, ਪਰ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਹੁੰਦਾ ਹੈ। ਤੇ ਇਹਦਾ ਇੱਕ ਨਤੀਜਾ ਆਪਾਂ ਨੂੰ ਇੱਕ ਜਿਹੜਾ ਸਬੂਤ ਹੈ ਉਹ ਪਟਿਆਲਾ ਦੇ ਰਾਜਪੁਰਾ ਦੇ ਵਿੱਚ 21 ਅਪ੍ਰੈਲ ਨੂੰ ਦਿਖਿਆ ਸੀ, ਜਦੋਂ 5 ਕੇਸ ਨੇ ਪੋਜ਼ਿਟਿਵ ਪਾਏ ਗਏ ਤੇ ਉਹਨਾਂ 5 ਨੂੰ ਵੀ ਕਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਸੀ। ਸੋ ਇਹ ਕਿੰਨੀ ਕੁ ਚਿੰਤਾ ਵਾਲੀ ਗੱਲ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕੁ ਫਿਕਰ ਕਰਨ ਦੀ ਲੋੜ ਹੈ ਤੇ ਕੀ ਸਾਨੂੰ ਹੁਣ ਪਰਹੇਜ਼ ਰੱਖਣੇ ਪੈਣਗੇ, ਇਹਦੇ ਬਾਰੇ ਡਾਕਟਰ ਹਰਸ਼ਿੰਦਰ ਕੌਰ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਤੋਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਸਕਦੇ ਨੇ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਬਹੁਤ-ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਸੋ ਜਿਹੜੀ ਪਹਿਲੀ ਗੱਲ ਆਪਾਂ ਕੀਤੀ ਹੈ ਕਿ ਮੈਡੀਕਲ ਕੌਂਸਲ ਨੇ ਜਿਹੜੀ ਰੋਕ ਲਾ ਦਿੱਤੀ ਹੈ 2 ਦਿਨ ਰੈਪਿਡ ਟੈਸਟ ਕਿੱਟਾਂ ਦੀ ਵਰਤੋਂ ਨਾ ਕੀਤੀ ਜਾਵੇ। ਇਹਦਾ ਕੀ ਮਤਲਬ ਹੈ ਕਿ 2 ਦਿਨਾਂ ਦੇ ਬਾਅਦ ਜਿਹੜੀਆਂ ਟੈਸਟ ਕਿੱਟਾਂ ਨੇ ਉਹ ਬਦਲ ਕੇ ਆ ਜਾਣਗੀਆਂ ਜਾਂ ਉਹ ਸਹੀ ਹੋ ਜਾਣਗੀਆਂ? ਕਿਉਂਕਿ ਰਾਜਸਥਾਨ ਦੇ ਵਿੱਚ ਨਤੀਜੇ ਠੀਕ ਨਹੀਂ ਆਏ, ਇਸ ਕਰਕੇ ਇਹਨਾਂ ਨੇ ਮੈਡੀਕਲ ਖੋਜ ਕੌਂਸਲ ਨੇ ਰੋਕ ਲਾਈ ਹੈ। ਮਤਲਬ ਕਿੰਨਾ ਕੁ ਖਤਰਨਾਕ ਸੀ ਜਿਹੜਾ ਜੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਰਾਹੀਂ ਟੈਸਟ ਹੋਏ ਨੇ, ਤੇ ਕੀ ਤੁਸੀਂ ਸਮਝਦੇ ਹੋ ਇਸ ਬਿਆਨ ਦੇ ਪਿੱਛੇ ਦੀ ਕਹਾਣੀ? ਦਰਅਸਲ ਅਮਰੀਕਾ ਤੋਂ ਪਹਿਲਾਂ ਹੀ ਕਾਫੀ ਸ਼ਿਕਾਇਤਾਂ ਜਾ ਰਹੀਆਂ ਸਨ ਜੀ, ਖਬਰਾਂ ਵੀ ਨਸ਼ਰ ਹੋ ਰਹੀਆਂ ਸਨ ਕਿ ਉੱਥੇ ਜਿਹੜੀਆਂ ਕਿੱਟਾਂ ਦਿੱਤੀਆਂ ਗਈਆਂ ਨੇ, ਜੋ ਇਹ ਟੈਸਟ ਦੀਆਂ ਕਿੱਟਾਂ, ਇਹ ਕਈ ਵਾਰ ਠੀਕ ਨਹੀਂ ਇਹਨਾਂ ਦੀਆਂ ਰਿਪੋਰਟਾਂ ਆ ਰਹੀਆਂ। ਸਿਰਫ ਇਹ ਹੀ ਨਹੀਂ, ਜਿਹੜੀਆਂ PPE ਕਿਟਸ, ਜਿਹੜੀਆਂ ਪ੍ਰੋਟੈਕਟਿਵ ਕਿਟਸ ਸਨ, ਉਹ ਵੀ ਉਹਨਾਂ 'ਚ ਵੀ ਨੁਕਸ ਲੱਭੇ ਗਏ ਸਨ, ਜਿੱਥੇ ਉਹਨਾਂ ਦੀਆਂ ਜ਼ਿੱਪਾਂ 'ਚ ਜਾਂ ਉਹਨਾਂ ਦੀ ਯਾਨੀ ਪੂਰੀ ਤਰੀਕੇ ਨਾਲ ਉਹ ਕਵਰੇਜ ਨਹੀਂ ਕਰ ਰਹੀਆਂ ਸਨ ਜਿੰਨਾ ਯਾਨੀ ਖਿਆਲ ਕੀਤਾ ਜਾ ਰਿਹਾ ਸੀ ਕਿ ਇਹ ਪ੍ਰੋਟੈਕਸ਼ਨ ਦੇਣਗੀਆਂ। ਅੱਛਾ, ਮਤਲਬ PPE ਕਿੱਟਾਂ ਦੇ ਵਿੱਚ ਵੀ ਘਾਟ ਪਾਈ ਗਈ ਹੈ ਜੀ। ਨਤੀਜਾ ਇਹ ਹੋਇਆ ਕਿ ਅਮਰੀਕਾ ਵਿੱਚ ਵੱਡੀ ਗਿਣਤੀ ਜੋ ਸਾਡੇ ਨੌਜਵਾਨ ਭਾਰਤੀ ਡਾਕਟਰ ਗਏ ਹੋਏ ਸਨ ਪੜ੍ਹਨ ਲਈ ਜਾਂ ਉੱਥੇ ਅੱਗੋਂ ਕੰਮ ਕਰਨ ਲਈ, ਉਹਨਾਂ 'ਚ ਬਹੁਤ ਵੱਡੀ ਗਿਣਤੀ ਮੌਤਾਂ ਹੋਈਆਂ ਜੋ ਸਿੱਧੇ ਤੌਰ ਤੇ ਇਹਨਾਂ ਮਰੀਜ਼ਾਂ ਦੀ ਦੇਖਭਾਲ ਕਰਦੇ ਸਨ। ਪ੍ਰੋਪਰ ਕਿੱਟਾਂ ਪਾਈਆਂ ਹੋਈਆਂ ਦੇ ਬਾਵਜੂਦ ਵੀ ਉਹਨਾਂ ਨੂੰ ਕਰੋਨਾ ਹੋਈ, ਉਹਨਾਂ ਦੇ ਸੀਨੀਅਰ ਡਾਕਟਰਾਂ ਨੂੰ ਵੀ ਹੋਇਆ ਤੇ ਉਹਨਾਂ ਦੀ ਮੌਤ ਵੀ ਹੋਈ ਜੀ। ਕੀ ਘਾਟ ਕੀ ਹੁੰਦੀ ਹੈ ਡਾਕਟਰ ਸਾਹਿਬ ਇਹਦੇ 'ਚ? ਮਤਲਬ PPE ਕਿੱਟ ਦੀ ਖਾਸੀਅਤ ਕੀ ਹੋਣੀ ਚਾਹੀਦੀ ਹੈ? ਅਸਲ 'ਚ ਉਹ ਕਿੱਟ ਦੀ ਖਾਸੀਅਤ ਇਹ ਹੋਣੀ ਚਾਹੀਦੀ ਹੈ ਕਿ ਉਹਦੇ ਅੰਦਰ ਵਾਇਰਸ ਕਿਸੇ ਵੀ ਹਾਲ ਵਿੱਚ ਨਾ ਜਾਵੇ। ਅੱਛਾ। ਕਿ ਜਦੋਂ ਉਹਦੇ ਕੋਈ ਸੀਲ ਜਿਹੜੀ ਹੁੰਦੀ ਹੈ, ਜਿਸਨੇ ਪੂਰੀ ਤਰ੍ਹਾਂ ਉਸਨੂੰ ਕਿੱਟ ਨੂੰ ਸੀਲ ਕਰ ਦੇਣਾ ਹੁੰਦਾ ਕਿ ਅੰਦਰ ਕੁਝ ਵੀ ਨਹੀਂ ਜਾਏਗਾ, ਜਦੋਂ ਉਹ ਨਾ ਅਸਰਦਾਰ ਹੋਵੇ, ਯਾਨੀ ਜ਼ਿਪ ਰਾਹੀਂ ਜਾਂ ਜਿੱਥੇ ਵੀ ਕਿਤੇ ਤੁਹਾਡੇ ਉਹਨੂੰ ਬਟਨ ਜਾਂ ਜਿੱਥੇ ਵੀ ਉਹਨੇ ਬੰਦ ਸੀਲ ਜਿਸ ਜਗ੍ਹਾ ਤੇ ਕਰਨਾ, ਉਸ ਥਾਂ ਤੇ ਜੇ ਉਹ ਇੰਪੈਕਟ ਪ੍ਰੋਪਰ ਨਾ ਹੋਏ ਤਾਂ ਉਸ ਰਾਹੀਂ ਇਹ ਵਾਇਰਸ ਦੇ ਜਾਣ ਦਾ ਖਤਰਾ ਵੱਧ ਜਾਂਦਾ ਹੈ ਜੀ। ਇਸੇ ਤਰ੍ਹਾਂ ਉਹਨਾਂ ਦੇ ਟੈਸਟ ਕਿੱਟਾਂ ਵਿੱਚ ਵੀ ਉਹਨਾਂ ਨੂੰ ਲੱਗਿਆ ਕਿ ਇਹ ਸ਼ਾਇਦ ਕੁਝ ਫੀਸਦੀ ਵਿੱਚ ਜ਼ਿਆਦਾ ਦੱਸ ਰਹੀ ਹੈ ਜਿਨ੍ਹਾਂ ਨੂੰ ਨਹੀਂ ਹੈ, ਤੇ ਸ਼ਾਇਦ ਕੁਝ ਅਜਿਹੇ ਜਿਨ੍ਹਾਂ ਵਿੱਚ ਵਾਇਰਸ ਲੱਗਦੀ ਸੀ ਵੀ ਬਿਲਕੁਲ ਹੀ ਹਾਂਜੀ ਇਹ ਤਾਂ ਪੂਰੇ ਲੱਛਣ ਨੇ, ਤੇ ਉਹਨਾਂ 'ਚ ਨੈਗੇਟਿਵ ਆ ਜਾਂਦੀ ਸੀ, ਉਹਦੀ ਮੌਤ ਵੀ ਬਾਅਦ 'ਚ ਹੋ ਜਾਂਦੀ ਸੀ, ਪਰ ਮੌਤ ਤੋਂ ਬਾਅਦ ਜੋ ਟੈਸਟ ਹੋਣੇ ਉਹਨਾਂ 'ਚ ਆ ਜਾਣਾ, ਪਰ ਟੈਸਟ ਵਿੱਚ ਆਉਂਦੀ ਨਹੀਂ ਸੀ। ਸੋ ਉਹਨਾਂ ਨੇ ਇਹ ਸ਼ਿਕਾਇਤ ਵੀ ਕੀਤੀ ਤੇ ਲਗਾਤਾਰ ਟਰੰਪ ਵੱਲੋਂ ਤੁਸੀਂ ਦੇਖਿਆ ਵੀ ਹੋਏਗਾ ਕਿ ਇਲਜ਼ਾਮ ਵੀ ਲਾਏ ਜਾ ਰਹੇ ਨੇ ਕਾਫੀ ਵੱਡੀ ਮਾਤਰਾ ਵਿੱਚ ਕਿ ਇਹ ਸਾਨੂੰ ਧੋਖੇ ਵਿੱਚ ਰੱਖਿਆ ਜਾ ਰਿਹਾ ਹੈ। ਜੋ ਅਸਲ ਖੋਜ ਉਹਨਾਂ ਦੇ ਕੋਲੋਂ
ਨਿਕਲੀ ਸੀ ਉਸ ਵਾਇਰਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਤੇ ਆਪਣੀ ਉਹਨਾਂ ਨੇ ਕਰੋੜਾਂ ਦੀ ਸੇਲ ਕਰ ਲਈ ਹੈ ਸਾਰੀ ਦੁਨੀਆ ਵਿੱਚ ਕਿੱਟਾਂ ਤੇ ATP ਕਿਟਸ ਵੀ ਤੇ ਟੈਸਟ ਕਿੱਟਾਂ ਵੀ ਭੇਜ ਕੇ। ਪਰ ਇਹ ਸਾਡੇ ਨਾਲ ਧੋਖਾਧੜੀ, ਸਮਾਨ ਵੀ ਵਾਪਸ ਗਿਆ ਕਾਫੀ ਜੀ। ਭਾਰਤ ਨੂੰ ਵੀ ਚੀਨ ਨੇ ਦਿੱਤੀਆਂ ਨੇ ਕਰੋੜਾਂ ਦੀ ਗਿਣਤੀ, ਪਰ ਉਹਨਾਂ ਨੇ ਦਾਨ 'ਚ ਦਿੱਤੀਆਂ ਨੇ ਚੀਨ ਨੇ ਜੀ। ਪਰ ਗੱਲ ਇਹ ਹੈ ਕਿ ਦਾਨ ਵੀ ਜੇ ਤੁਹਾਨੂੰ ਉਹਦੇ 'ਚ ਜਾਨ ਨਾ ਬਚਦੀ ਹੋਵੇ ਤਾਂ ਫਿਰ ਉਹ ਕਿਸੇ ਕੰਮ ਦਾ ਰਹਿੰਦਾ ਨਹੀਂ। ਬਿਲਕੁਲ। ਇਸੇ ਕਰਕੇ ਜੇ ਇਹ ਓਨੀਆਂ ਯਾਨੀ ਨੁਕਸ ਜਿਸ ਵਿੱਚ ਲੱਭੇ ਗਏ ਹੋਣ ਤੇ ਜਿਹੜੀ ਬਚਾ ਨਾ ਰਹੀ ਹੋਵੇ, ਜਿਹੜੀ ਸਾਡੇ ਪ੍ਰਤੱਖ ਸਾਹਮਣੇ ਹੀ ਆ ਰਿਹਾ ਕਿ ਕਈ ਡਾਕਟਰ ਜਿਨ੍ਹਾਂ ਨੇ ਕਿੱਟਾਂ ਪਾਈਆਂ ਸਨ ਉਹਦੇ ਬਾਵਜੂਦ ਉਹਨਾਂ ਨੂੰ ਜਦੋਂ ਉਹਨਾਂ ਨੇ ਮਰੀਜ਼ ਦਾ ਐਮਰਜੈਂਸੀ ਆਪਰੇਸ਼ਨ ਕੀਤਾ, ਉਹਨਾਂ ਸਾਰਿਆਂ ਨੂੰ ਹੀ, ਉਹਨਾਂ ਨਰਸਾਂ ਤੇ ਡਾਕਟਰ ਜਿਹੜੇ ਕਰ ਰਹੇ ਸਨ ਸਭਨਾਂ ਨੂੰ ਹੀ ਕਰੋਨਾ ਦੀ ਵਾਇਰਸ ਦੀ ਇਨਫੈਕਸ਼ਨ ਲੱਭੀ ਗਈ। ਜ਼ਾਹਿਰ ਤੌਰ ਤੇ ਕਿ PPE ਕਿੱਟ ਸਹੀ ਨਹੀਂ ਸੀ। ਸੋ ਡਾਕਟਰ ਸਾਹਿਬ, ਜਿਹੜਾ ਇਹ ਰੈਪਿਡ ਟੈਸਟ ਕਿੱਟਾਂ ਵਾਲਾ ਮਸਲਾ ਹੈ, ਪਹਿਲਾਂ ਇਹ ਵੀ ਜ਼ਰੂਰ ਜਾਣਾਂਗੇ ਕਿ ਜਿਹੜੀ ਰੈਪਿਡ ਟੈਸਟ ਕਿੱਟ ਹੁੰਦੀ ਹੈ ਜਾਂ ਫਿਰ ਜਿਹੜੀ ਕਰੋਨਾ ਵਾਇਰਸ ਟੈਸਟ ਕਰਨ ਵਾਲੀ ਕਿੱਟ ਹੁੰਦੀ ਹੈ, ਇਹਨਾਂ 'ਚ ਕੋਈ ਫਰਕ ਹੁੰਦਾ? ਰੈਪਿਡ ਟੈਸਟ ਕਿੱਟ ਕੀ ਹੈ? ਜੀ, ਰੈਪਿਡ ਟੈਸਟ ਹੁੰਦਾ ਜਿਹੜੀ ਸਿੱਧੀ ਵਾਇਰਸ ਨੂੰ ਹੀ ਲੱਭ ਸਕਦੀ ਹੋਵੇ ਕਿ ਹਾਂਜੀ ਇਹ ਹੈ ਉਹਦੇ ਲਈ, ਤੇ ਜਿਹੜੀਆਂ ਲੇਟ ਆਉਂਦੀਆਂ ਜੇ ਉਹਨਾਂ ਦੇ ਵਿੱਚ ਅਸੀਂ ਲੱਭਦੇ ਹਾਂ ਕਿ ਉਹਦਾ ਰਿਸਪੌਂਸ ਜਦੋਂ ਆ ਜਾਂਦਾ ਬਾਡੀ ਦਾ, ਉਹਨੂੰ ਟੈਸਟ ਕਰਨ ਲਈ ਕੀਤੀਆਂ ਜਾਂਦੀਆਂ, ਯਾਨੀ ਦੋ ਵੱਖੋ ਵੱਖਰੀਆਂ ਚੀਜ਼ਾਂ ਹੁੰਦੀਆਂ ਜੇ। ਠੀਕ ਹੈ। ਜਦੋਂ ਉਹਦੀ ਡਿਪੈਂਡ ਕਰਦਾ ਹੁੰਦਾ ਸੈਂਸਿਟੀਵਿਟੀ ਤੇ ਸਪੈਸੀਫਿਸਿਟੀ, ਦੋ ਚੀਜ਼ਾਂ ਹੁੰਦੀਆਂ ਵੀ ਕਿੰਨੀ ਕੁ ਉਸ ਬਿਮਾਰੀ ਲਈ ਉਹ ਸੈਂਸਿਟਿਵ ਹੈ ਤੇ ਕੀ ਉਹ ਇੱਕੋ ਹੀ ਬਿਮਾਰੀ ਲੱਭਦੀ ਜਾਂ 10 ਹੋਰ ਬਿਮਾਰੀਆਂ ਲਈ ਵੀ ਪੋਜ਼ਿਟਿਵ ਹੋ ਜਾਂਦੀ ਹੈ, ਯਾਨੀ ਉਹਦੀ ਉਹ ਸਪੈਸੀਫਿਕ ਇੱਕ ਬਿਮਾਰੀ ਲਈ ਹੈ ਜਾਂ ਹੋਰ ਵੀ ਬਿਮਾਰੀਆਂ ਦਾ, ਹੋਰ ਕਿਸਮ ਦੀਆਂ ਵਾਇਰਸਿਸ ਲਈ ਵੀ ਇਹੀ ਕੱਢ ਦਿੰਦੀ ਹੈ। ਸੋ ਇਹਦੇ ਉੱਤੇ ਆਧਾਰਿਤ ਅਸੀਂ ਕਿਸੇ ਵੀ ਟੈਸਟ ਨੂੰ ਗਿਣਦੇ ਹਾਂ ਕਿ ਇਹ ਸਹੀ ਹੈ ਜਾਂ ਨਹੀਂ। ਠੀਕ ਹੈ। ਕਿਉਂਕਿ ਹੁਣ ਸਾਡੇ ਕੋਲ ਹੈ ਕਿ 30% ਕੇਸਾਂ ਵਿੱਚ ਜਿਨ੍ਹਾਂ ਨੂੰ ਹੋਵੇ ਵੀ ਉਹ ਵੀ ਇਹ ਨੈਗੇਟਿਵ ਕੱਢ ਦਿੰਦੀ ਹੈ। ਸੋ ਇਸ ਕਰਕੇ ਸਾਨੂੰ ਇਹਦੇ ਨਾਲ ਯਾਨੀ ਇਹੋ ਜਿਹੀ ਔਖਿਆਈ ਸਮੇਂ, ਕਿਉਂਕਿ ਅਜੇ ਸਾਡੇ ਕੋਲ ਆਪਣਾ ਕੁਝ ਵੀ ਨਹੀਂ ਸੀ, ਤਾਂ ਇੱਕਦਮ ਜਿਵੇਂ ਸਿਰ 'ਤੇ ਪਈ ਬਿਮਾਰੀ ਲਈ ਸਾਨੂੰ ਜੋ ਵੀ ਕੁਛ ਸਾਡੇ ਕੋਲ ਅਵੇਲੇਬਲ ਸੀ, ਜਿੱਥੋਂ ਵੀ ਮਿਲ ਸਕਿਆ, ਉਸੇ ਦੇ ਆਧਾਰ ਉੱਤੇ ਹੀ ਟੈਸਟ ਕਰਦੇ ਰਹੇ। ਤਾਂ ਹੀ ਤੁਸੀਂ ਖਿਆਲ ਕੀਤਾ ਹੋਏਗਾ ਆਪਾਂ ਪਹਿਲਾਂ ਵੀ ਪ੍ਰੋਗਰਾਮ ਕੀਤੇ, 5ਵੇਂ ਦਿਨ, ਫਿਰ 14ਵੇਂ ਦਿਨ ਤੇ ਕਈ ਵਾਰ ਫਿਰ 16ਵੇਂ ਦਿਨ ਪੋਜ਼ਿਟਿਵ ਆ ਰਿਹਾ, ਯਾਨੀ ਉਹ ਲੱਛਣ ਪਹਿਲਾਂ ਹੀ ਸਨ ਜੀ। ਕੇਸਾਂ 'ਚ ਅਸੀਂ ਦੇਖਿਆ ਵੀ ਹੈ ਕਿ ਮੌਤ ਵੀ ਹੋ ਗਈ ਤੇ ਮੌਤ ਤੋਂ ਬਾਅਦ ਦਾ ਟੈਸਟ ਪੋਜ਼ਿਟਿਵ ਆ ਗਿਆ, ਪਹਿਲਾਂ ਨੈਗੇਟਿਵ ਸੀ। ਬਿਲਕੁਲ। ਸਾਡੇ ਕੋਲ ਕਿੱਟਾਂ ਦੇ ਨਾਲ ਪ੍ਰੋਬਲਮ ਜੋ ਆਂਦੀ ਪਈ ਹੈ ਟੈਸਟ ਕਿੱਟਾਂ ਨਾਲ, ਉਹ ਸਾਡੇ ਤੱਕ ਹੀ ਨਹੀਂ, ਦੁਨੀਆ ਭਰ ਵਿੱਚ ਜਿੱਥੇ ਜਿੱਥੇ ਇਹ ਚੀਨੀ ਕਿੱਟਾਂ ਗਈਆਂ ਨੇ ਉੱਥੇ ਇਹੋ ਦਿੱਕਤ ਸਭ ਨੂੰ ਦਿਸਦੀ ਪਈ ਹੈ ਜੀ। ਮਤਲਬ ਇਹ ਜਿਹੜੀ ਰੈਪਿਡ ਟੈਸਟ ਕਿੱਟਾਂ ਵਾਲਾ ਮਸਲਾ ਹੈ, ਇਹ ਪੂਰੀ ਦੁਨੀਆ ਦੇ ਵਿੱਚ ਹੈ ਤੇ ਐਕੂਰੇਟ ਹੁੰਦੀ ਹੋਈ ਨਹੀਂ, ਮਤਲਬ ਐਕੂਰੇਟ ਟੈਸਟ ਕਿੱਟ ਹੋਵੇਗੀ ਵੀ ਨਹੀਂ। ਫਿਰ 2 ਦਿਨ ਕਿਉਂ ਰੋਕ ਲਾਈ ਗਈ ਹੈ? 2 ਦਿਨ ਬਾਅਦ ਕੀ ਹੋਏਗਾ? ਕੀ ਸਮਝਦੇ ਹੋ ਤੁਸੀਂ? ਦਰਅਸਲ ਇਹ ਕਿਉਂਕਿ ਪੂਰੀ ਤਰ੍ਹਾਂ ਦੱਸਿਆ ਨਹੀਂ ਗਿਆ, ਇਹ ਲੁਕਾ ਦੇ ਹੇਠ ਹੀ ਕੰਮ ਚੱਲ ਰਿਹਾ ਹੈ। ਸੋ ਅਜੇ ਤੱਕ ਸਿਰਫ ਇਹੀ ਕਿਆਸ ਲਾਇਆ ਜਾ ਰਿਹਾ ਹੈ ਕਿ ਇਹ ਕਿੱਟਾਂ ਦੇ ਟੈਸਟ ਕਰਨ ਤੋਂ ਬਾਅਦ ਜੇ ਕੰਪੈਰੀਜ਼ਨ ਕੀਤਾ ਜਾਵੇ ਕਿ ਜੋ ਇੱਥੇ ਦੀਆਂ ਬਣਾਈਆਂ ਗਈਆਂ ਸਾਡੀਆਂ ਆਪਣੀਆਂ ਕਿੱਟਾਂ ਸੀ, ਕਿਉਂਕਿ ਸਾਡੇ ਹਿੰਦੁਸਤਾਨ ਦੀਆਂ ਕਈ ਖੋਜਾਂ ਨੇ ਜਿਹੜੀਆਂ ਯਾਨੀ ਬਾਹਰ ਵਾਲੇ ਮੁਲਕਾਂ ਦੇ, ਵਿਕਸਿਤ ਮੁਲਕਾਂ ਦੇ ਬਰਾਬਰ ਤੇ ਕਿਸੇ ਥਾਈਂ ਸਗੋਂ ਉਹਨਾਂ ਤੋਂ ਉਤਾਂਹ ਦੀਆਂ ਵੀ ਨੇ। ਅੱਛਾ। ਸੋ ਉਹੀ ਕਾਰਨ ਹੈ ਜੋ ਸਾਡੀਆਂ ਆਪਣੀਆਂ ਇੱਥੇ ਦੀਆਂ ਇਜਾਦ ਹੋਈਆਂ ਕਿੱਟਾਂ ਦੇ ਨਾਲ ਅਸੀਂ ਉਹ ਜੋ ਇਸ ਵੇਲੇ ਉਹਨਾਂ ਨੇ ਮੈਂ ਜਿਵੇਂ ਦੱਸਿਆ ਕਿ ਸਾਨੂੰ ਸਿੱਧੇ ਤਰੀਕੇ ਦੱਸੀ ਗੱਲ ਨਹੀਂ, ਅੰਦਰ ਖਾਤੀ ਹੈ, ਪਰ ਅੰਦਾਜ਼ਾ ਇਹੋ ਲਾਇਆ ਜਾ ਰਿਹਾ, ਕਿਆਸ ਇਹੀ ਕੀਤਾ ਹੈ ਕਿ ਉਹਨਾਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਏਗਾ ਕਿ ਕਿੰਨਾ ਕੁ ਨੁਕਸ ਆ ਰਿਹਾ ਜਾਂ ਨਹੀਂ ਤੇ ਕਿਹੜੀ ਟੈਸਟ ਕਿੱਟ ਅੱਗੋਂ ਤੋਂ ਵਰਤੀ ਜਾਵੇ। ਜੀ। ਸੋ ਡਾਕਟਰ ਸਾਹਿਬ, ਹੁਣ ਤੱਕ ਇਹੀ ਵਰਤੀਆਂ ਜਾ ਰਹੀਆਂ ਸੀ ਟੈਸਟ ਕਿੱਟਾਂ, ਤਾਂ ਮਤਲਬ ਕੁਝ ਲੋਕ ਨੇ ਜਿਹੜੇ ਇਹਨਾਂ ਦੇ ਗਲਤ ਨਤੀਜਿਆਂ ਦੇ ਵੀ ਜ਼ਰੂਰ ਸ਼ਿਕਾਰ ਹੋਏ ਹੋਣਗੇ, ਯਾਨੀ ਕਿ ਜਿਹਨੂੰ ਕਰੋਨਾ ਵਾਇਰਸ ਨਹੀਂ ਹੈ ਉਹਨੂੰ ਪੋਜ਼ਿਟਿਵ ਦੱਸਤਾ, ਜਿਹਨੂੰ ਹੈ ਉਹਨੂੰ ਨੈਗੇਟਿਵ ਦੱਸਤਾ, ਇੱਦਾਂ ਦਾ ਵੀ ਕੁਝ ਹੋਇਆ ਹੋਊਗਾ। ਕਈ ਜ਼ਿੰਦਗੀਆਂ ਇਸ ਮਸਲੇ ਦੇ ਵਿੱਚ ਵੀ ਗਈਆਂ ਹੋਣਗੀਆਂ, ਮੰਨਦੇ ਹੋ ਤੁਸੀਂ? ਦਰਅਸਲ ਇਹ ਹੈ ਕਿ ਇਹ ਹੁੰਦੇ ਹੋਇਆਂ ਨਾ ਲੱਭ ਸਕਣਾ ਵੇਲੇ ਸਿਰ ਵਾਲੇ ਜ਼ਿਆਦਾ ਚਾਂਸਿਸ ਨੇ ਬਨਿਸਬਤ ਕਿ ਜਿਹਨੂੰ ਪੋਜ਼ਿਟਿਵ ਹੈ, ਤੇ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹਨੂੰ ਨਹੀਂ ਹੈ ਉਹਨੂੰ ਪੋਜ਼ਿਟਿਵ ਦੱਸ ਦੇਣਾ ਦੇ ਘੱਟ ਚਾਂਸਿਸ ਨੇ।
ਚਾਂਸਸ ਜ਼ਿਆਦਾ ਇਹ ਨੇ ਕਿ ਕਰੋਨਾ ਪਹਿਲਾਂ ਹੀ ਸੀ ਪਰ ਇਹ ਲੱਭ ਨਹੀਂ ਸਕੀ। ਠੀਕ ਹੈ। ਚਾਂਸਸ ਸਾਡੇ ਕੋਲ ਜ਼ਿਆਦਾ ਨੇ ਜਿਸ ਤਰੀਕੇ ਦੀ ਇਹਦੀ ਸੈਂਸਿਟੀਵਿਟੀ ਤੇ ਸਪੈਸੀਫਿਸਿਟੀ ਲੱਭੀ ਹੈ। ਤਾਂ ਇਹੀ ਕਾਰਨ ਹੈ ਕਿ ਬਹੁਤ ਸਾਰੇ ਕੇਸ ਇਹ ਕਹਿ ਦਿੰਦੇ ਨੇ ਕਿ ਸਾਡੇ ਸ਼ੁਰੂ ਵਿੱਚ ਨੈਗੇਟਿਵ ਸੀ ਤਾਂ ਪੋਜ਼ਿਟਿਵ ਕਿਵੇਂ ਹੋ ਗਈ। ਜੀ। ਉਹ ਜਿਹੜਾ ਇਨੀਸ਼ੀਅਲੀ ਲੱਭ ਨਾ ਸਕਣਾ ਵਾਲੇ ਜ਼ਿਆਦਾ ਇਹਦੇ ਵਿੱਚ ਚਾਂਸਸ ਨੇ। ਫਿਰ ਕਿਉਂਕਿ ਸਾਡੇ ਕੋਲ ਅਜੇ ਪੂਰਾ ਪਤਾ ਨਹੀਂ ਕਿ ਕਿਸ ਕਿਸਮ ਦਾ ਇਸ ਕਿੱਟ ਦੇ ਵਿੱਚ ਨੁਕਸ ਹੈ। ਕੁਝ ਫੀਸਦੀ, ਮੈਂ ਬਿਲਕੁਲ ਇਸ ਮਾਮਲੇ 'ਤੇ ਕੋਈ ਗਰੰਟੀ ਨਹੀਂ ਲੈ ਰਹੀ, ਮੈਂ ਸਿਰਫ ਤੁਹਾਨੂੰ ਕਿਆਸ ਲਾ ਕੇ ਦੱਸ ਰਹੀ ਹਾਂ ਵੀ ਹੋ ਸਕਦਾ ਕੁਝ ਫੀਸਦੀ ਵਿੱਚ ਕਿ ਜਿਨ੍ਹਾਂ ਨੂੰ ਨਾ ਹੋਵੇ, ਜਿਵੇਂ ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹੈ ਜੀ, ਉਹਨਾਂ ਦੇ ਪੋਜ਼ਿਟਿਵ ਆ ਰਹੇ ਨੇ, ਜਿਵੇਂ ਕੁਛ ਦੇ ਹੋ ਸਕਦਾ ਕਿ ਉਸ ਪਾਸਿਓਂ ਵੀ ਕਿਤੇ ਕਿੱਟ ਵਿੱਚ ਕੋਈ ਨੁਕਸ ਲੱਭ ਜਾਵੇ। ਅਤੇ ਅਜੇ ਹੁਣ ਜਦੋਂ ਪੂਰਾ ਉਹਦੇ 'ਤੇ ਖੋਜ ਹੋਏਗੀ, ਪੂਰਾ ਉਹ ਚੈੱਕ ਕਰਨਗੇ, ਉਸ ਤੋਂ ਬਾਅਦ ਹੀ ਅਸੀਂ ਸਪਸ਼ਟ ਰੂਪ ਵਿੱਚ ਇਹਨਾਂ ਗੱਲਾਂ ਬਾਰੇ ਦੱਸ ਸਕਾਂਗੇ। ਪਰ ਸਭ ਕੁਝ ਹੋ ਸਕਦਾ ਕਿਉਂਕਿ ਕਰੋਨਾ ਆਪਣੇ ਆਪ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ 80% ਵਿੱਚ ਕੋਈ ਲੱਛਣ ਜ਼ਰੂਰੀ ਨਹੀਂ ਹੈ ਕਿ ਇਕੱਲੇ ਖੰਘ ਜ਼ੁਕਾਮ ਦੀ ਥਾਂ 'ਤੇ ਚਮੜੀ ਉੱਤੇ ਦਾਣੇ ਜਾਂ ਈਵਨ ਚਿਕਨ ਪੌਕਸ ਵਰਗੇ ਦਾਣੇ ਵੀ ਨਿਕਲ ਜਾਣੇ ਜਾਂ ਦਿਮਾਗੀ ਨੁਕਸ ਹੋਣਾ, ਜਿਸ ਪਾਸਾ ਮਰ ਜਾਣਾ ਤੇ ਖੰਘ ਹੋਣੀ ਹੀ ਨਾ, ਯਾਨੀ ਅਲੱਗ-ਅਲੱਗ ਕਿਸਮ ਦੇ ਲੱਛਣ ਵੀ ਇਹ ਅਜੇ ਦਿੰਦੀ ਜਾਂਦੀ ਹੈ, ਅਜੇ ਆਪਣੀ ਸ਼ਕਲ ਹੀ ਤਬਦੀਲ ਕਰੀ ਜਾਂਦੀ ਹੈ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਜਦ ਕਿਉਂਕਿ ਉਹ ਦੇਖਦੇ ਆ ਕਰੋਨਾ ਵਾਇਰਸ ਜਦੋਂ ਦਾ ਆਇਆ, ਲੋਕ ਪੂਰੀ ਦੁਨੀਆ ਨੂੰ ਇਹਨੇ ਭੰਬਲ ਭੂਸੇ 'ਚ ਪਾਇਆ ਹੋਇਆ। ਕਦੇ ਸ਼ਕਲ ਬਦਲ ਜਾਂਦੀ ਹੈ, ਕਦੇ ਨਵੀਂ ਖਬਰ ਆਉਂਦੀ ਹੈ ਕਿ ਹੁਣ ਇਹਦੇ ਆਹ ਲੱਛਣ ਸ਼ੁਰੂ ਹੋ ਗਏ। ਹੁਣ ਜਿਹੜਾ ਮਸਾ ਉੱਠ ਰਿਹਾ ਕਿ ਲਾਗ ਦੇ ਲੱਛਣ ਹੀ ਨਹੀਂ ਮਿਲ ਰਹੇ, ਜਿਹੜੇ ਲੱਛਣ ਡਾਕਟਰਾਂ ਨੇ ਦੱਸੇ ਸੀ ਕਿ ਕਰੋਨਾ ਵਾਇਰਸ ਦੇ ਮਰੀਜ਼ ਦੇ ਵਿੱਚ ਆਹ ਲੱਛਣ ਜੇ ਮਿਲਣ ਫਿਰ ਤੁਸੀਂ ਡਾਕਟਰ ਕੋਲ ਜਾਓ। ਹੁਣ ਇਹਦਾ ਕੀ ਕਰਾਂਗੇ? ਬਿਲਕੁਲ, ਹੁਣ ਇੱਕ ਨਵੀਂ ਚੀਜ਼ ਜੋ ਸਾਹਮਣੇ ਖੋਜ ਆ ਚੁੱਕੀ ਹੈ ਕਿ ਅੱਗੇ ਕਹਿੰਦੇ ਸੀ ਇਹ ਮਲ ਮੂਤਰ ਰਾਹੀਂ ਨਹੀਂ, ਪਰ ਹੁਣ ਲੱਭ ਚੁੱਕਿਆ ਹੈ ਕਿ ਇਹ ਸਟੂਲਸ ਦੇ ਵਿੱਚ ਵੀ 28% ਜੋ ਮਰੀਜ਼ਾਂ ਦੇ ਸਟੂਲ ਵਿੱਚ ਰਾਹੀਂ ਵੀ ਇਹ ਬਾਹਰ ਆ ਰਹੀ ਹੈ। ਸੋ ਇਹਦਾ ਮਤਲਬ ਇਹ ਟੋਇਲਟ ਯੂਸੇਜ ਜਾਂ ਮਤਲਬ ਉਹਨਾਂ ਦੀ ਜਿਹੜੀ ਵੀ ਅਸੀਂ ਸੀਵਰੇਜ ਰਾਹੀਂ ਇਹ ਬੜੀ ਵੱਡੀ ਪੱਧਰ 'ਤੇ ਫੈਲ ਸਕਦੀ ਹੈ ਜੇ ਅਸੀਂ ਪ੍ਰੋਪਰ ਡਿਸਪੋਜ਼ਲ ਨਾ ਕਰਦੇ ਹੋਈਏ ਤਾਂ। ਅੱਛਾ। ਸੋ ਇਹ ਵੀ ਇੱਕ ਵੱਖ ਮਸਲਾ ਸਾਹਮਣੇ ਆ ਗਿਆ ਜੋ ਇਕੱਲਾ ਖੰਘ ਜ਼ੁਕਾਮ ਨਾਲ, ਯਾਨੀ ਜਿਸ ਨੇ ਵੀ ਇਸ ਦਾ ਨਾ ਖਿਆਲ ਰੱਖਿਆ ਹੋਵੇ, ਸਟੂਲ ਤੋਂ ਬਾਅਦ ਹੱਥ ਨਾ ਵਾਸ਼ ਕੀਤੇ ਹੋਣ, ਤਾਂ ਤੁਸੀਂ ਸਮਝ ਲਓ ਵੀ ਉਹ ਕਈ ਥਾਵਾਂ 'ਤੇ ਅਗਾਂਹ ਤੋਂ ਅਗਾਂਹ ਜਾਂ ਜੋ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਉਹ ਸੀਵਰੇਜ ਦੇ ਪਾਣੀ ਨਾਲ ਉਹਨਾਂ ਨੇ ਧੋਤੀਆਂ ਸਬਜ਼ੀਆਂ ਤੇ ਅੱਗੇ ਧਰ ਦਿੱਤੀਆਂ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸ ਵੱਡੀ ਪੱਧਰ 'ਤੇ ਇਹ ਫੈਲ ਸਕਦਾ ਵੀ ਹੈ ਤੇ ਕਿਵੇਂ ਇਹ ਚਪੇਟ ਵਿੱਚ ਸਭ ਨੂੰ ਲੈ ਸਕੇਗਾ। ਜੀ। ਸੋ ਡਾਕਟਰ ਸਾਹਿਬ ਕਿਵੇਂ ਹੁਣ ਇਹਦਾ ਪਰਹੇਜ਼ ਹੁਣ ਕਿਵੇਂ ਰੱਖਣਾ ਹੋਊਗਾ? ਹੁਣ ਤਾਂ ਜਿਵੇਂ ਪਹਿਲਾਂ ਸੀ ਕਿ ਹੱਥ ਧੋ ਲਓ ਤੁਸੀਂ ਤੇ ਹੱਥ ਆਪਣਾ ਨੱਕ ਮੂੰਹ ਢੱਕ ਕੇ ਰੱਖੋ, ਜਿਹੜੇ ਬੰਦਾ ਇਸ ਲਾਗ ਦਾ ਸ਼ਿਕਾਰ ਹੈ ਉਸ ਤੋਂ ਦੂਰ ਰਹੋ, ਪਰ ਹੁਣ ਤਾਂ ਪਤਾ ਹੀ ਨਹੀਂ ਲੱਗ ਰਿਹਾ ਹੁਣ ਕੀ ਕਰਨਾ ਲੋਕਾਂ ਨੇ। ਦਰਅਸਲ ਗੱਲ ਘੁਮਾ ਫਿਰਾ ਕੇ ਉੱਥੇ ਹੀ ਆਏਗੀ ਕਿ ਹੈ ਤਾਂ ਵਾਇਰਸ ਹੀ, ਭਾਵੇਂ ਉਹ ਕਮਿਊਨਿਟੀ ਸਪਰੈਡ ਹੋਏ ਜਾਂ ਕਿਤੇ ਆ ਤਾਂ ਕਿਸੇ ਤੋਂ ਦੂਸਰੇ ਤੋਂ, ਭਾਵੇਂ ਉਹ ਕਿਸੇ ਚੀਜ਼ ਰਾਹੀਂ ਆ ਰਹੀ ਹੋਵੇ ਤੇ ਜਾਂ ਹਵਾ ਰਾਹੀਂ ਆ ਰਹੀ ਹੋਵੇ, ਕਿਸੇ ਵੀ ਰਾਹੀਂ ਆਵੇ, ਪਹੁੰਚਦੀ ਤੁਹਾਡੇ ਸਰੀਰ ਤੱਕ। ਉਸ ਲਈ ਸਾਨੂੰ ਫਿਰ ਮੁੜ ਘਿੜ ਕੇ ਉਹੀ ਚੀਜ਼ਾਂ ਤੇ ਹੀ ਧਿਆਨ ਰੱਖਣਾ ਪੈਣਾ ਕਿ ਆਪਣੀ ਇਮਿਊਨਿਟੀ ਵਧਾਈਏ, ਆਪਣੇ ਆਪ ਨੂੰ ਸਾਫ਼ ਰੱਖੀਏ। ਹੱਥ ਤਾਂ ਫਿਰ ਵੀ ਧੋਣੇ ਹੀ ਪੈਣੇ ਨੇ, ਮੂੰਹ ਅਸੀਂ ਰੱਖ ਲਿਆ, ਮਾਸਕ ਲਾ ਲਿਆ, ਜਿਵੇਂ ਵੀ, ਪਰ ਬਹੁਤ ਵੱਡੀ ਗਿਣਤੀ 'ਚ ਮੈਂ ਬਤੌਰ ਡਾਕਟਰ ਦੱਸ ਰਹੀ ਹਾਂ, ਸਾਨੂੰ ਦਿਖਾਉਣ ਵੀ ਬੱਚੇ ਜਦੋਂ ਲੋਕ ਆਉਂਦੇ ਨੇ ਨਾ, ਉਹ 10 ਵਾਰ ਆਪਣੇ ਮੂੰਹ ਦਾ ਮਾਸਕ ਠੀਕ ਕਰਦੇ ਆ, ਅੱਖਾਂ ਨੂੰ ਹੱਥ ਲਾਉਂਦੇ ਆ, ਉਹਦਾ ਕੋਈ ਯਾਨੀ ਬੇਅਸਰ ਕਰ ਦਿੰਦੇ ਆ ਜੋ ਵੀ ਕੁਛ ਅਸੀਂ ਕੀਤਾ। ਜਦ ਤੱਕ ਇਹ ਸਮਝ ਨਹੀਂ ਆਉਂਦੀ ਕਿ ਮਾਸਕ ਲਾਉਣ ਦਾ ਮਤਲਬ ਹੈ ਮੂੰਹ ਦੇ ਨੇੜੇ ਹੱਥ ਲਿਜਾਣਾ ਹੀ ਨਹੀਂ, ਤਾਂ ਹੀ ਅਸੀਂ ਇਸ ਤੋਂ ਬਚ ਸਕਾਂਗੇ। ਬਹੁਤ ਵੱਡੀ ਗਿਣਤੀ ਉਹ ਚੁੰਨੀ ਲਪੇਟ ਲੈਂਦੀ ਹੈ, ਚੁੰਨੀ ਫਿਸਲੀ ਜਾਂਦੀ, ਫਿਰ ਉੱਪਰ ਕਰ ਲਈ, ਫਿਰ ਥੱਲੇ ਕਰ ਲਈ, ਉਹਦਾ ਕੋਈ ਫਾਇਦਾ ਨਹੀਂ ਹੈ। ਬਿਲਕੁਲ। ਇੱਧਰ ਉੱਧਰ ਹੱਥ ਵੀ ਲਗਾਈ ਜਾਂਦੇ ਆ, ਉਹਦਾ ਵੀ ਕੋਈ ਫਾਇਦਾ ਨਹੀਂ। ਸੋ ਜਾਂ ਤਾਂ ਅਸੀਂ ਹੱਥ ਰੈਗੂਲਰ ਚੰਗੀ ਤਰ੍ਹਾਂ ਧੋਂਦੇ ਹੋਈਏ, ਫਿਰ ਹੱਥ ਧੋਣ ਦਾ ਵੀ ਸਪੈਸੀਫਿਕ ਚੀਜ਼ ਹੁੰਦੀ। ਜੇ ਇਸ ਵਾਇਰਸ ਦੇ ਬਾਹਰ ਜੋ ਇਹਦਾ ਫੈਟ ਦੀ ਜੋ ਇੱਕ ਬਾਹਰ ਥਿੰਦੇ ਦੀ ਪਰਤ ਜੇ, ਉਹ ਜਦ ਤੱਕ ਪੂਰੇ 20 ਸਕਿੰਟ ਤੱਕ ਸਾਬਣ ਨਾ ਰਗੜਿਆ ਜਾਵੇ, ਇਹ ਪੂਰੀ ਘੁਲਦੀ ਨਹੀਂ, ਵਾਇਰਸ ਚਿਪਕੀ ਰਹਿ ਜਾਂਦੀ ਹੈ। ਜੀ। ਬਹੁਤ ਵਾਰ ਕੇਸਿਸ ਦੇਖਿਆ ਕਿ ਉਹ ਸਿਰਫ ਪਾਣੀ ਥੱਲੋਂ ਹੱਥ ਹੰਗਾਲੇ ਤੇ ਸਮਝਦੇ ਨੇ ਉਹ ਸਾਫ਼ ਹੋ ਗਿਆ, ਇਸ ਤਰ੍ਹਾਂ ਇਹ ਵਾਇਰਸ ਸਾਫ਼ ਨਹੀਂ ਹੁੰਦੀ। ਸੋ ਅਖੀਰ ਸਾਨੂੰ ਫਿਰ ਵੀ ਜੇ ਸਬਜ਼ੀਆਂ ਲਈਆਂ ਤਾਂ ਹੋ ਸਕਦਾ ਉਹ ਇਸੇ ਤਰ੍ਹਾਂ ਗੰਦਮੰਦ ਵਿੱਚ ਧੋ ਕੇ ਆਈਆਂ ਹੋਣ, ਉਹਨਾਂ ਨੂੰ ਮਿੱਠੇ ਸੋਡੇ ਦਾ 1 ਚਮਚਾ ਇੱਕ ਬਾਲਟੀ 'ਚ ਪਾ ਕੇ ਉਹਦੇ 'ਚ ਅੱਛੀ ਤਰ੍ਹਾਂ ਇਹ ਸਬਜ਼ੀਆਂ ਹੰਗਾਲ ਕੇ ਚੰਗੀ ਤਰ੍ਹਾਂ ਫਿਰ ਸਾਦੇ ਪਾਣੀ ਦੀ ਬਾਲਟੀ 'ਚੋਂ ਕੱਢ ਕੇ ਫਿਰ ਹੀ ਵਰਤਣੀਆਂ ਚਾਹੀਦੀਆਂ ਨੇ, ਸਿੱਧੀਆਂ ਨਹੀਂ ਵਰਤਣੀਆਂ ਚਾਹੀਦੀਆਂ। ਤਾਂ
ਇਹ ਸਾਫ਼ ਸਫਾਈ ਜੋ ਸਾਨੂੰ ਇੱਕ ਵਾਰ ਜ਼ਿੰਦਗੀ ਵਿੱਚ ਆਦਤ ਪੈ ਗਈ ਤਾਂ ਮੇਰਾ ਖਿਆਲ ਹੈ ਸਾਰੀ ਉਮਰ ਅਸੀਂ ਸਾਫ਼ ਸਫਾਈ ਰੱਖਣੀ ਸਿੱਖ ਜਾਵਾਂਗੇ, ਜੋ ਹਾਲੇ ਤੱਕ ਸਿੱਖੀ ਨਹੀਂ ਸੀ। ਬਿਲਕੁਲ, ਜਿਹੜੀ ਬਹੁਤ ਜ਼ਰੂਰੀ ਹੈ। ਸੋ ਡਾਕਟਰ ਸਾਹਿਬ ਹੁਣੇ ਤੁਸੀਂ ਵਿੱਚ ਗੱਲ ਕੀਤੀ, ਮੈਂ ਖਿਮਾ ਕਰਿਓ ਤੁਹਾਨੂੰ ਸਿਰਫ 1 ਸੈਕਿੰਡ ਲਈ ਹੋਰ ਟੋਕ ਰਹੀ ਹਾਂ ਇਸ ਕਰਕੇ ਕਿ ਜਿਹੜੇ ਘਰਾਂ ਦੇ ਦਰਵਾਜ਼ੇ ਜਾਂ ਖਿੜਕੀਆਂ ਦੀਆਂ ਜਿਹੜੀ ਤੁਸੀਂ ਫੜ ਕੇ ਖੋਲ੍ਹਦੇ ਹੋ, ਕੋਸ਼ਿਸ਼ ਕਰੋ ਇੱਕ ਵਾਰ ਉਹਨਾਂ ਨੂੰ ਭਾਵੇਂ ਡਿਟੋਲ ਵਾਲੇ ਜਿਹੜਾ ਕੱਪੜੇ ਵਿੱਚ ਲਾ ਕੇ ਉਹਦੇ ਨਾਲ ਦਿਨ ਵਿੱਚ 2 ਕੁ ਵਾਰ ਉਹਨਾਂ ਨੂੰ ਵੀ ਸਾਫ਼ ਕਰ ਲਓ, ਜਿਹੜੇ ਹਰ ਵਾਰ ਤੁਹਾਡੇ ਹੱਥਾਂ ਨੂੰ ਲੱਗਦੇ ਨੇ ਉਹੀ, ਸਿਰਫ ਸਾਰੀਆਂ ਕੁੰਡੀਆਂ ਖਿੜਕੀਆਂ ਕਰਨ ਦੀ ਲੋੜ ਨਹੀਂ ਹੈ। ਜੀ ਜੀ ਜੀ। ਸੋ ਡਾਕਟਰ ਸਾਹਿਬ ਤੁਸੀਂ ਹੁਣੇ ਗੱਲ ਇਹ ਕੀਤੀ ਸੀ ਕਿ ਜਿਹੜਾ ਹੈ ਸਕਿਨ ਪ੍ਰੋਬਲਮ, ਮਤਲਬ ਖਾਰਿਸ਼ ਹੈ ਜਿਹੜੀ, ਉਹ ਵੀ ਲੱਛਣ ਹੈ ਜਿਹੜੇ ਕਰੋਨਾ ਵਾਇਰਸ ਦੇ ਲੱਛਣਾਂ ਦੇ ਵਿੱਚ ਆ ਗਈ ਹੈ, ਕਿ ਇਸ ਤਰ੍ਹਾਂ ਵੀ ਹੋ ਚੁੱਕਿਆ ਹੁਣ? ਜੀ ਕਈ ਕਿਸਮਾਂ ਦੀਆਂ ਸਕਿਨ ਲੀਜ਼ਨਸ ਸਾਡੇ ਸਾਹਮਣੇ ਚਮੜੀ ਦੀਆਂ ਆ ਚੁੱਕੀਆਂ, ਜਿਨ੍ਹਾਂ ਵਿੱਚ ਜਿਵੇਂ ਖਸਰੇ ਦੇ ਹੁੰਦੇ ਆ ਦਾਣੇ, ਉਸ ਤਰ੍ਹਾਂ ਦੇ ਦਾਣੇ ਨਿਕਲੇ ਵੀ ਦਿਸੇ ਨੇ। ਚਿਕਨ ਪੌਕਸ ਵਰਗੇ ਉੱਭਰੇ ਵੱਡੇ ਵੱਡੇ ਦਾਣੇ ਉਹ ਵੀ ਦਿਸੇ ਨੇ। ਫਿਰ ਕਈਆਂ ਦੇ ਅੱਖਾਂ ਲਾਲ ਦੇ ਨਾਲ ਜਿਵੇਂ ਦਾਣੇ ਬਾਹਾਂ ਦੇ ਉੱਤੇ ਉਸ ਤਰ੍ਹਾਂ ਥੋੜ੍ਹੀ ਦੂਰ ਚੌੜੇ ਚੌੜੇ ਜਿਵੇਂ ਲਹੂ ਚੱਲਿਆ ਹੋਏ ਚਮੜੀ ਹੇਠ, ਉਸ ਤਰ੍ਹਾਂ ਦੇ ਵੀ ਦਾਣੇ ਦਿਸਣ ਲੱਗ ਪਏ ਨੇ ਅਤੇ ਉਹਨਾਂ ਨੂੰ ਖੰਘ ਜ਼ੁਕਾਮ ਹੁੰਦਾ ਹੀ ਨਹੀਂ। ਸੋ ਇਸ ਤਰ੍ਹਾਂ ਦੇ ਲੱਛਣ ਵੀ ਟੈਸਟ ਕਰੇ ਅਤੇ ਉਹਨਾਂ ਨੂੰ ਕਰੋਨਾ ਵਾਇਰਸ ਲੱਭੀਏ। ਉਹਨਾਂ ਇਹ ਨਹੀਂ ਕਿ ਇਹ ਵੱਖਰੇ ਇੱਕ ਅਲੱਗ ਚੀਜ਼ ਸੀ, ਉਹਨਾਂ ਦੀ ਜਿਹੜੀਆਂ ਲੀਜ਼ਨ ਸਨ ਯਾਨੀ ਚਮੜੀ ਉੱਤੇ ਉਹਨਾਂ ਦਾਣਿਆਂ ਵਿੱਚੋਂ ਟੈਸਟ ਕਰਕੇ ਵੀ ਲੱਭਿਆ ਜਾ ਚੁੱਕਿਆ ਕਿ ਉਹਦੇ ਵਿੱਚ ਕਰੋਨਾ ਵਾਇਰਸ ਸੀ। ਅੱਛਾ, ਇਹ ਇੰਡੀਆ 'ਚ ਵੀ ਇੱਦਾਂ ਦਾ ਕੋਈ ਕੇਸ ਆਇਆ ਜਾਂ ਫਿਰ ਕਿਤੇ ਹੋਰ ਮਿਲੇ ਨੇ? ਇੰਡੀਆ ਵਿੱਚ ਵੀ ਇਹ ਕੇਸ ਲੱਭੇ ਜਾ ਚੁੱਕੇ ਨੇ। ਦਿੱਲੀ ਦੇ ਵਿੱਚ ਆਲ ਇੰਡੀਆ ਇੰਸਟੀਚਿਊਟ ਵਿੱਚ ਜਿਹੜੇ ਦਿਮਾਗ ਦੇ ਵੀ ਕੁਛ 3-4 ਚੀਜ਼ਾਂ ਜੋ ਦਿਮਾਗ ਦੇ ਅੰਦਰ ਇਹਦਾ ਲਹੂ ਦਾ ਜੰਮ ਜਾਣਾ ਜਾਂ ਝੱਪੇ ਬਣ ਜਾਣੇ, ਇਸ ਤਰ੍ਹਾਂ ਦੀ, ਜਾਂ ਪਾਸਾ ਮਰਨਾ, ਲਹੂ ਚੱਲ ਪੈਣਾ, ਇਹ ਵੀ ਲੱਛਣ ਦਿਮਾਗ ਵਾਲੇ, ਯਾਦਾਸ਼ਤ ਚਲੀ ਜਾਣੀ, ਖੁਸ਼ਬੂ ਨਾ ਚੀਜ਼ ਦੀ ਇੱਕਦਮ ਚਲੀ ਜਾਣੀ, ਸਵਾਦ ਖਾਣ ਦਾ ਨਾ ਆਉਣਾ, ਇਹ ਸਾਰੇ ਦੇ ਸਾਰੇ ਲੱਛਣ ਦਿਸਣ ਲੱਗ ਚੁੱਕੇ ਹੋਏ ਨੇ। ਜੀ, ਯਾਨੀ ਕਿ ਮਤਲਬ ਹਰ ਕਿਸੇ ਨੂੰ ਬਸ ਇਹ ਹੈ ਕਿ ਆਪਣਾ ਮਨ ਹੈ ਜਿਹੜਾ, ਉਹ ਜਿਵੇਂ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਕਿ ਉਹਨੂੰ ਤੁਸੀਂ ਚੜ੍ਹਦੀ ਕਲਾ 'ਚ ਰੱਖਣਾ ਹੈ, ਪੋਜ਼ੀਟਿਵ ਰਹਿਣਾ ਅਤੇ ਸਾਫ਼ ਸਫਾਈ ਰੱਖਣੀ ਹੈ, ਕਿਉਂਕਿ ਸਾਫ਼ ਸਫਾਈ ਤਾਂ ਹਰ ਬਿਮਾਰੀ ਦਾ ਹੀ ਆਪਾਂ ਕਹਿ ਸਕਦੇ ਹਾਂ ਕਿ ਹਰ ਬਿਮਾਰੀ ਤੋਂ ਹੀ ਪਰਹੇਜ਼ ਹੈ ਸਾਫ਼ ਸਫਾਈ ਰੱਖਣਾ ਤਾਂ, ਅਤੇ ਇਹਦੇ ਨਾਲ ਬਚ ਸਕਦੇ ਹਾਂ। ਹੋਰ ਗੱਲ ਅਸਲ 'ਚ ਸ਼ਰਨ ਜੀ ਇਹ ਹੈ ਕਿ ਆਪਾਂ ਜੋ ਵੱਡੀ ਜੋ ਮੁੱਦਾ ਹੈ ਨਾ ਉਹ ਨਹੀਂ ਧਿਆਨ ਆਪਾਂ ਉੱਧਰ ਦੇ ਰਹੇ, ਅਤੇ ਉਹ ਵੱਡਾ ਮੁੱਦਾ ਇਹ ਹੈ ਕਿ ਵਾਇਰਸ ਹੀ ਹੈ ਇਹ ਜਿਹੜੀ ਸਾਨੂੰ, ਅਸੀਂ ਪਹਿਲਾਂ ਵੀ ਬਥੇਰੀ ਵਾਰ ਇਸ ਵਾਇਰਸ ਨਾਲ ਬਿਨਾਂ ਦਵਾਈਆਂ ਦੇ ਠੀਕ ਹੋ ਚੁੱਕੇ ਹੋਏ ਹਾਂ। ਸੋ ਅਸਲ ਗੱਲ ਜੇ ਸਾਡੀ ਆਪਣੀ ਇਮਿਊਨਿਟੀ ਦੀ, ਸਾਡੇ ਸਰੀਰ ਨਾਲ ਬਿਮਾਰੀ ਦੇ ਜਿਹੜੇ ਲੜਨ ਵਾਲੇ ਸੈੱਲ ਨੇ ਉਹਨਾਂ ਨੂੰ ਤਗੜੇ ਰੱਖਣ ਦੀ, ਕਿ ਉਹ ਇਹੋ ਜਿਹੀਆਂ ਵਾਇਰਸਿਸ ਨੂੰ ਆਪਣੇ ਆਪ ਖਾ ਜਾਂਦੇ ਨੇ। ਅਨੇਕ ਜਿਹੜੇ ਬੰਦੇ ਠੀਕ ਹੋ ਕੇ ਜਾ ਰਹੇ ਨੇ, ਖਿਮਾ ਕਰਿਓ ਦਵਾਈਆਂ ਕਰਕੇ ਨਹੀਂ, ਬਿਲਕੁਲ ਆਪਣੀ ਅੰਦਰ ਇਮਿਊਨ ਸਿਸਟਮ ਤਗੜਾ ਰੱਖਣ ਲਈ ਚੜ੍ਹਦੀ ਕਲਾ ਸਦਕਾ ਹੀ ਠੀਕ ਹੋ ਕੇ ਜਾ ਰਹੇ ਨੇ। ਬਿਲਕੁਲ ਸਾਨੂੰ ਢਹਿੰਦੀ ਕਲਾ ਇੱਕਦਮ ਤਿਆਗਣੀ ਪੈਣੀ ਹੈ, ਡਰ ਅਤੇ ਭੈ ਛੰਡਣਾ ਪੈਣਾ ਜੋ ਇਸ ਵੇਲੇ ਪੂਰੀ ਦੁਨੀਆ ਨੂੰ ਜਕੜੀ ਬੈਠਾ ਹੈ ਕਿ ਬਸ ਇੱਕ ਹਊਆ ਆਇਆ ਅਤੇ ਸਾਨੂੰ ਦਬੋਚ ਲਏਗਾ। ਇਹ ਚੀਜ਼ ਛੱਡ ਦਈਏ ਤਾਂ ਫਿਰ ਅਸੀਂ ਇਸ ਵਾਇਰਸ ਤੋਂ ਨਿਕਲ ਜਾਵਾਂਗੇ। ਖਿਆਲ ਕਰਿਓ ਪਹਿਲਾਂ ਇਬੋਲਾ ਵੀ ਆਈ ਸੀ, ਮਰਸ ਵੀ ਆਈ, ਸਾਰਸ ਵੀ ਆਈ, ਅਤੇ ਖਿਮਾ ਕਰਿਓ ਸਾਰੀਆਂ ਦੀਆਂ ਸਾਰੀਆਂ ਚੀਨ ਦੀਆਂ ਮਿਹਰਬਾਨੀਆਂ ਸਦਕਾ ਉਹ 1 ਸਾਲ ਪੂਰਾ ਇਹ ਰੌਲਾ ਪਾਉਂਦੀਆਂ ਨੇ, ਮਰਦੇ ਨੇ ਲੋਕ, ਅਤੇ ਫਿਰ ਅਗਲੇ ਸਾਲ ਤੋਂ ਬਾਅਦ ਗਾਇਬ ਹੋ ਜਾਂਦੀਆਂ, ਕਿਤੇ ਦਿਸਦੀਆਂ ਹੀ ਨਹੀਂ, ਕੋਈ ਇੱਕਾ ਦੁੱਕਾ ਕੇਸ ਆਉਂਦਾ, ਕਿਉਂਕਿ ਵੱਡੀ ਪੱਧਰ 'ਤੇ ਲੋਕ ਉਹਨਾਂ ਦੇ ਇਮਿਊਨ ਸਿਸਟਮ ਰਵਾਂ ਹੋ ਜਾਂਦੇ ਨੇ, ਉਹ ਇਹੋ ਜਿਹੀਆਂ ਵਾਇਰਸਿਸ ਨੂੰ ਜਰ ਜਾਂਦੇ ਨੇ। ਇਹ ਨਵੀਂ ਵਾਇਰਸ ਸਦਕਾ, ਕਿਉਂਕਿ ਇਹਨੂੰ ਅਜੇ ਇਹ ਜੇ ਨਾ ਸ਼ਕਲ ਤਬਦੀਲ ਕਰਦੀ ਹੁਣ ਤੱਕ ਇਹ ਕਾਬੂ ਵਿੱਚ ਆ ਜਾਂਦੀ ਹੈ, ਵਾਰ-ਵਾਰ ਜੋ ਇਹ ਤਬਦੀਲ ਕਰਨ ਸਦਕਾ ਹੀ ਹਾਲੇ ਇਹਦੇ ਲੱਛਣ ਪੂਰੇ ਤਰ੍ਹਾਂ ਨਹੀਂ ਫੜੇ ਜਾ ਰਹੇ, ਜਿਸ ਕਾਰਨ ਇਹ ਫੈਲਦੀ ਤੁਰੀ ਜਾਂਦੀ ਹੈ। ਪਰ ਹੁਣ ਵੀ ਤੁਸੀਂ ਧਿਆਨ ਕਰੋਗੇ ਤਾਂ ਪੂਰੀ ਦੁਨੀਆ ਵਿੱਚ ਹੌਲੀ-ਹੌਲੀ ਇੱਕ ਠਹਿਰਾਓ ਦਾ ਸਮਾਂ ਪਹੁੰਚ ਰਿਹਾ ਦਿਸਦਾ, ਜਿੱਥੇ ਤੁਹਾਨੂੰ ਅਗਲੇ ਹੀ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਦਿਸੇਗਾ ਕਿ ਕਾਫੀ ਹੱਦ ਤੱਕ ਕੰਟਰੋਲ 'ਚ ਡੈਥ ਰੇਟ ਘਟੀ ਦਿਸਣੀ ਸ਼ੁਰੂ ਹੋ ਜਾਏਗੀ, ਬਸ਼ਰਤੇ ਕਿ ਅਸੀਂ ਆਪਣੀ ਇਮਿਊਨਿਟੀ ਨੂੰ ਠੀਕ ਰੱਖੀਏ ਅਤੇ ਆਪਣੇ ਭੈ ਨੂੰ ਕਾਬੂ 'ਚ ਰੱਖੀਏ। ਬਿਲਕੁਲ ਸੋ ਡਾਕਟਰ ਤੁਸੀਂ ਕਿਹਾ ਸੀ ਭੈ ਨੂੰ ਕਾਬੂ ਰੱਖਣਾ ਹੈਗਾ, ਚੜ੍ਹਦੀ ਕਲਾ 'ਚ ਰਹਿਣਾ, ਅਤੇ ਇਹਦੇ ਵਿੱਚ ਡਾਕਟਰਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ। ਪਰ ਪੰਜਾਬ ਦੇ ਵਿੱਚ ਆਪਾਂ ਦੇਖ ਲਈਏ, ਇਕੱਲੇ ਨਵਾਂ ਸ਼ਹਿਰ ਨੂੰ ਛੱਡ ਕੇ ਰੋਜ਼ਾਨਾ ਅਖਬਾਰਾਂ ਦੇ ਵਿੱਚ ਖਬਰਾਂ ਪੜ੍ਹਦੇ ਹਾਂ, ਰੋਜ਼ਾਨਾ ਸਾਨੂੰ ਰਿਪੋਰਟਰ ਖਬਰਾਂ ਦਿੰਦੇ ਨੇ
ਕਿ ਪਟਿਆਲਾ ਲਾ ਲਓ, ਚਾਹੇ ਲੁਧਿਆਣਾ ਜਾਂ ਅੰਮ੍ਰਿਤਸਰ ਜਾਂ ਹੋਰ ਵੀ ਵੱਡੇ ਸ਼ਹਿਰਾਂ ਦੇ ਵਿੱਚ ਮਰੀਜ਼ਾਂ ਦੇ ਜਿਹੜੇ ਨਾ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਨੇ, ਉਹ ਇਲਜ਼ਾਮ ਲਾਉਂਦੇ ਨੇ ਕਿ ਡਾਕਟਰੀ ਪ੍ਰਬੰਧ ਸਹੀ ਨਹੀਂ ਹੈਗੇ। ਲੁਧਿਆਣੇ ਵਿੱਚ ਜਿਹੜੇ ਕਾਨੂੰਗੋ ਦੀ ਮੌਤ ਹੋਈ ਹੈ, ਉਹਨਾਂ ਦੀ ਧੀ ਨੇ ਇਲਜ਼ਾਮ ਲਾਇਆ ਕਿ 25,000 ਰੋਜ਼ਾਨਾ ਹਸਪਤਾਲ ਹੈ ਜਿਹੜਾ ਉਹ ਸਵੇਰੇ ਸਵੇਰੇ ਲੈ ਲੈਂਦਾ ਸੀ ਫੀਸ, ਪਰ ਖਾਣ ਨੂੰ ਵੀ ਚੰਗੀ ਤਰ੍ਹਾਂ ਨਹੀਂ ਦਿੱਤਾ। ਡਾਕਟਰ ਵੀ ਦੂਰੋਂ ਦੂਰੋਂ ਜਿਹੜੇ ਗੱਲਾਂ ਕਰਕੇ ਚਲੇ ਜਾਂਦੇ ਸੀ। ਅਤੇ ਇਹਦੇ ਵਿੱਚ ਡਾਕਟਰਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ, ਕਿਸੇ ਜਿਹੜਾ ਮਰੀਜ਼ ਦੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਦਾ, ਉਹਦਾ ਹਾਲ ਚਾਲ ਪੁੱਛਣਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆ? ਤੁਸੀਂ ਵੀ ਡਾਕਟਰ ਹੋ, ਤੁਸੀਂ ਵੀ ਹਸਪਤਾਲਾਂ 'ਚ ਡੀਲ ਕਰਦੇ ਹੋ ਮਰੀਜ਼ਾਂ ਨੂੰ। ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਬਿਮਾਰੀ ਸਾਡੀ 80% ਤਾਂ ਸਿਰਫ ਇੱਕ ਤਸੱਲੀ, ਇੱਕ ਹੌਸਲਾ ਜਦੋਂ ਡਾਕਟਰ ਕੋਲੋਂ ਮਿਲ ਜਾਂਦਾ ਤਾਂ ਉਹਦੇ ਨਾਲ ਹੀ ਅਸੀਂ ਠੀਕ ਮਹਿਸੂਸ ਕਰਦੇ ਹਾਂ ਜੀ। ਇੰਨਾ ਕੁ ਉਹ ਰੱਬ ਵਾਂਗ ਆਸਰਾ ਹੋ ਜਾਂਦਾ ਕਿ ਹਾਂਜੀ ਮੈਨੂੰ ਡਾਕਟਰ ਨੇ ਮੁਸਕਰਾ ਕੇ ਕਿਹਾ ਬਿਲਕੁਲ ਤੂੰ ਪਰਵਾਹ ਨਾ ਕਰ, ਠੀਕ ਹੋ ਜਾਏਗਾ। ਇਹੋ ਜਿਹੀ ਜੋ ਸ਼ਬਦਾਵਲੀ ਬੰਦੇ ਦੀ ਆਪਣੀ ਹਿੰਮਤ ਵਧਾ ਦਿੰਦੀ, ਉਹ ਕੈਂਸਰ ਵਰਗੇ ਰੋਗ ਨਾਲ ਵੀ ਲੜ ਜਾਂਦਾ। ਉਹ ਨਦਾਰਦ ਦੇ ਸਾਡੇ ਇਸ ਮੌਕੇ ਉਹਦੇ ਲਈ ਬਹੁਤ ਸਾਰੀਆਂ ਗੱਲਾਂ ਨੇ ਪਿੱਛਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ। ਪਹਿਲੀ ਚੀਜ਼, ਡਾਕਟਰਾਂ ਦੇ ਉੱਤੇ ਹੁੰਦੇ ਹਮਲਿਆਂ ਲਈ ਕਦੇ ਵੱਡੀ ਪੱਧਰ ਉੱਤੇ ਆਵਾਜ਼ ਉਹਨਾਂ ਦੇ ਹੱਕ ਵਿੱਚ ਆਈ ਨਹੀਂ ਜੀ। ਜਿੰਨੀ ਕੁ ਜ਼ੋਰਦਾਰ ਆਵਾਜ਼ ਪੁਲਿਸ ਮਹਿਕਮੇ ਵਿੱਚ ਕਿਸੇ ਇੱਕ ਦੇ ਉੱਤੇ ਵੀ ਹੱਲੇ ਉੱਤੇ ਪੂਰਾ ਤਰਥੱਲੀ ਪੂਰੀ ਸਟੇਟ ਵਿੱਚ ਮਚ ਜਾਂਦੀ ਹੈ, ਉਸ ਤਰ੍ਹਾਂ ਦੀ ਡਾਕਟਰ ਦੀ ਮੌਤ ਹੋ ਜਾਣ ਤੱਕ ਵੀ ਉਹਦੇ ਤੇ ਜੇ ਹੱਲਾ ਹੁੰਦਾ ਰਵੇ ਕੁਛ ਗਿਣੇ ਚੁਣੇ ਬੰਦਿਆਂ ਵੱਲੋਂ, ਤਾਂ ਨਾ ਤਾਂ ਕਿਸੇ ਨੂੰ ਅਫਸੋਸ ਦੀ ਗੱਲ ਕਰਨ ਦੀ ਕੋਈ ਵੀ ਕਿਸੇ ਪਾਸਿਓਂ ਆਵਾਜ਼ ਉੱਠਦੀ ਹੈ, ਨਾ ਉਹਨਾਂ ਹੱਲਾ ਕਰਨ ਵਾਲਿਆਂ ਦੇ ਉੱਤੇ ਕਦੇ ਕੋਈ ਤਗੜੀ ਕਾਰਵਾਈ ਹੋਈ ਹੈ। ਇੱਥੋਂ ਤੱਕ ਕਿ ਅੱਜ ਇਹ ਵੀ ਅਨਾਊਂਸਮੈਂਟ ਪੰਜਾਬ ਵਿੱਚ ਹੋ ਚੁੱਕੀ ਕਿ 55 ਸਾਲ ਤੋਂ ਉੱਪਰਲੇ ਕੋਈ ਵੀ ਜਿਹੜੇ ਹੋਣਗੇ ਪੁਲਿਸ ਕਰਮੀ ਉਹ ਅਗਾਂਹ ਨਹੀਂ ਆਉਣਗੇ। ਪਰ ਇਸ ਵੇਲੇ ਉਹ ਡਾਕਟਰ ਜਿਹੜੇ ਆਲਰੇਡੀ ਓਵਰਬਰਡਨਡ ਨੇ ਤੇ ਉਹ ਸਾਰੇ ਦੇ ਸਾਰੇ 55 ਸਾਲ ਤੋਂ ਉੱਪਰਲੇ ਕੰਮ ਲਈ ਇਸੇ ਪਾਸੇ ਨੂੰ 24 ਘੰਟਿਆਂ ਵਾਸਤੇ ਜੂਝ ਰਹੇ ਨੇ। ਸੋ ਨਤੀਜਾ ਸਮਝੋ ਕਿ ਉਹ ਡਾਕਟਰ ਜਿਹਨੂੰ ਪਤਾ ਹੈ ਕਿ ਇਸ ਬਿਮਾਰੀ ਵਿੱਚ ਮੌਤ ਯਕੀਨੀ ਹੈ, ਹਾਂਜੀ, ਤੇ ਮੈਨੂੰ ਕਿਸੇ ਨੇ ਬਚਾਉਣਾ ਨਹੀਂ, ਜੇ ਇਹ ਮਰ ਗਿਆ ਤਾਂ ਮੈਂ ਆਪਣੀ ਰੱਖਿਆ ਆਪ ਕਰਨੀ ਹੈ। ਫਿਰ ਮੈਨੂੰ ਜਿਹੜੀ PPE ਕਿੱਟ ਮਿਲੀ ਹੈ ਉਹਦੀ ਸੁਰੱਖਿਆ ਦਾ ਮੈਨੂੰ ਕੋਈ ਪੂਰਾ 100% ਭਰੋਸਾ ਨਹੀਂ ਹੈ ਮੈਨੂੰ ਬਚਾਏਗਾ ਕਿ ਨਹੀਂ। ਤਾਂ ਸਾਰਾ ਜ਼ੋਰ ਉਹ ਵੀ ਇੱਕ ਇਨਸਾਨ ਹੁੰਦੇ ਹੋਏ ਇਹੀ ਸੋਚਦਾ ਮੇਰਾ ਟੱਬਰ ਵੀ ਹੈ, ਸਭ ਕੁਛ ਹੈ, ਮੈਂ ਦੂਰੋਂ ਹੀ ਗੱਲ ਕਰਕੇ ਲੰਘ ਜਾਵਾਂ ਜੇ ਆਪਣੇ ਆਪ ਨੂੰ ਬਚਾ ਸਕਦਾ, ਕਿਉਂਕਿ ਮੈਨੂੰ ਬਚਾਉਣ ਲਈ ਹੋਰ ਕਿਸੇ ਨੇ ਆਉਣਾ ਨਹੀਂ। ਚੇਨਈ ਦੇ ਵਿੱਚ ਤੁਸੀਂ ਦੇਖਿਆ ਹੋਣਾ, ਪ੍ਰਤੀ ਸੋਚ ਸੁਹਿਰਦ ਨਹੀਂ ਹੁੰਦੀ, ਇਹਨਾਂ ਦੇ ਹੱਕਾਂ ਦੀ ਰਾਖੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਖਿਮਾ ਕਰਿਓ ਇਹ ਜਿਹੜੀ ਹੈ ਕਿ ਅਸੀਂ ਮਰੀਜ਼ ਨੂੰ ਵਕਤ ਵੀ ਦਈਏ, ਉਹਨਾਂ ਕੋਲ ਬੈਠੀਏ ਵੀ, ਆਪਣਾ ਟੱਬਰ ਵੀ ਸਾਰੇ ਦਾ ਸਾਰਾ ਯਾਨੀ ਲਾ ਦਈਏ, ਇੱਦਾਂ ਦੀ ਗੱਲ ਉਦੋਂ ਤੱਕ ਸਾਨੂੰ ਅਸੀਂ ਪਹਿਲੀ ਗੱਲ ਤਾਂ ਉਹਨਾਂ ਤੋਂ ਉਮੀਦ ਹੀ ਨਹੀਂ ਰੱਖ ਸਕਦੇ। ਦੂਜੀ ਚੀਜ਼, ਪੜ੍ਹਾਈ ਵੇਲੇ ਸਾਡੇ ਇੱਥੇ MD ਡਾਕਟਰ ਕੋਲੋਂ 2-2 ਕਰੋੜ ਤੱਕ ਰੁਪਇਆ ਜਮ੍ਹਾਂ ਕਰਵਾ ਲਿਆ ਜਾਂਦਾ ਹੈ। ਮੈਨੂੰ ਹਰਸ਼ਰਨ ਜੀ ਦੱਸਿਓ ਕਿ ਜਿਸਨੇ 2 ਕਰੋੜ ਜਿਸ ਪਿਓ ਨੇ ਆਪਣੇ ਲੋਨ ਚੁੱਕ ਕੇ ਆਪਣਾ ਬੱਚਾ ਪੜ੍ਹਾਇਆ ਹੋਵੇ ਜਾਂ ਘਰ-ਬਾਰ ਗਿਰਵੀ ਰੱਖ ਕੇ ਉਹਨੂੰ ਪੜ੍ਹਾਉਣ ਲਈ ਭੇਜਿਆ ਹੋਵੇ, ਤੁਹਾਨੂੰ ਲੱਗਦਾ ਵੀ ਉਹਦੇ ਮਨ ਵਿੱਚ ਕਿਸੇ ਵੀ ਪਾਸਿਓਂ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਉਹ ਕਹੇਗਾ ਮੈਂ ਸਮਾਜ ਸੇਵਾ ਕਰ ਦੇਵਾਂਗਾ ਤੇ 2 ਕਰੋੜ ਦਾ ਮੇਰਾ ਜਿਹੜਾ ਸਿਰ ਤੇ ਕਰਜ਼ ਚੜਿਆ ਉਹ ਕੋਈ ਗੁਆਂਢੀ ਲਾਏਗਾ? ਬਿਲਕੁਲ ਬਿਲਕੁਲ, ਸਾਡੀ ਗੱਲ ਨਾਲ ਸਹਿਮਤ ਹਾਂ। ਸਾਡੀ ਜਿਹੜੀ ਤਬਦੀਲ ਡਾਕਟਰਾਂ ਦੀ ਹੋ ਚੁੱਕੀ, ਕਿਉਂਕਿ ਅਸੀਂ ਜਦੋਂ ਡਾਕਟਰ ਬਣਾਉਂਦੇ ਹਾਂ ਉਦੋਂ ਇਹ ਪੱਖ ਮਨਫੀ ਕੀਤਾ ਜਾਂਦਾ ਹੈ। ਕੋਈ ਸਰਕਾਰ ਇਸ ਪਾਸੇ ਖਿਆਲ ਨਹੀਂ ਕਰਦੀ ਕਿ ਕਰੋੜਾਂ ਲਾ ਕੇ ਇਹ ਕਿਵੇਂ ਸਮਾਜ ਸੇਵੀ ਵਰਗਾ ਗੱਲ ਕਰੇਗਾ ਜਾਂ ਮਰੀਜ਼ਾਂ ਦੇ ਹੱਕ ਦੀ ਗੱਲ ਕਰੇਗਾ। ਉਹਦੀ ਇੱਕੋ ਹੀ ਸੋਚ ਹੋਏਗੀ ਮੈਂ ਆਪਣਾ 2 ਕਰੋੜ ਦਾ ਕਰਜ਼ਾ ਲਾਉਣਾ ਤੇ ਉਹ ਇਸ ਪਾਸੇ ਵੱਲ ਧਿਆਨ ਕਰੇਗਾ ਹੀ ਨਹੀਂ। ਸੋ ਅਸੀਂ ਜਿਹੜੀਆਂ ਸਿੱਖਿਆ ਸੰਸਥਾਵਾਂ ਨੇ ਉਹ ਕਮਾਈ ਦਾ ਸਾਧਨ ਬਣਾ ਦਿੱਤਾ, ਜਿਨ੍ਹਾਂ 'ਚ ਬਹੁਤ ਵੱਡੀਆਂ ਦੇ ਵਿੱਚ ਹੱਥ, ਖਿਮਾ ਕਰਿਓ, ਇਹ ਪੋਲੀਟੀਕਲ ਲੀਡਰਸ ਦਾ ਆਪਣਾ ਹੀ ਹੈ ਜਿਨ੍ਹਾਂ ਨੇ ਚਲਾਈਆਂ ਹੋਈਆਂ ਸ਼ੇਅਰਸ ਦੇ ਨਾਲ। ਬਿਲਕੁਲ, ਤੇ ਉਹ ਇਸ ਤਰੀਕੇ ਦੇ ਡਾਕਟਰ ਤਿਆਰ ਕਰਨਗੀਆਂ ਤਾਂ ਅੱਗੋਂ ਇਹੋ ਕੁਝ ਹੀ ਸਾਨੂੰ ਹਾਸਲ ਹੋ ਸਕਦਾ ਹੈ। ਜੇ ਅਸੀਂ ਬੀਜਾਂਗੇ ਕਿੱਕਰ ਤਾਂ ਉਹਦੇ ਤੋਂ ਅੰਬ ਨਹੀਂ ਜੇ ਲੱਭ ਸਕਦੇ। ਸੋ ਜਿਹੜੀ ਅਸਲ ਹੇਠਲਾ ਜੋ ਨੁਕਤਾ ਜੇ ਉਸ ਵੱਲ ਧਿਆਨ ਨਹੀਂ ਕਰਾਂਗੇ, ਯਾਨੀ ਡਾਕਟਰਾਂ ਨੂੰ ਇੱਕ ਮੋਹਰੀ ਬਣਾ ਕੇ ਸਾਰਾ ਨਜ਼ਲਾ ਉਹਨਾਂ ਤੇ ਸੁੱਟ ਕੇ ਉਹਨਾਂ ਨੂੰ ਹੀ ਮਾਰਦੇ ਰਵਾਂਗੇ ਤਾਂ ਹੌਲੀ ਹੌਲੀ ਯਕੀਨ ਕਰਿਓ ਬਿਲਕੁਲ ਇਹ ਅਮਰੀਕਾ ਬਣ ਜਾਣਾ, ਜਿੱਥੇ ਕਿਸੇ ਵੀ ਮਰੀਜ਼ ਨੂੰ ਸਿੱਧੇ ਤੌਰ ਤੇ ਇੱਕ ਵੀ ਦਵਾਈ ਖਰੀਦ ਹੀ ਨਹੀਂ ਸਕਦਾ, ਲੈ ਹੀ ਨਹੀਂ ਸਕਦਾ। ਇੱਕ
ਬੁਖਾਰ ਦੀ ਦਵਾਈ ਲਈ ਤਰਲੋ ਪਿੱਛੇ ਹੋ ਕੇ ਉਹ ਫਿਰਦਾ ਸਿਰਫ ਇਸ ਕਾਰਨ ਕਿਉਂਕਿ ਉੱਥੋਂ ਦੇ ਡਾਕਟਰ ਵੀ ਇਹੀ ਡਰਦੇ ਸਨ ਸਾਡੇ ਤੇ ਕੇਸ ਨਾ ਹੋ ਜਾਏ। ਤਾਂ ਤੁਸੀਂ ਹਜ਼ਾਰਾਂ ਦੇ ਟੈਸਟ ਕਰਾਓ, ਲੱਖਾਂ ਦੇ ਟੈਸਟ ਕਰਾਓ, ਜੇ ਬਿਮਾਰੀ ਲੱਭਦੀ ਜੇ ਦਵਾਈ ਦੇਵਾਂਗੇ ਨਹੀਂ ਮਰ ਜਾਓ ਭਾਵੇਂ ਸਾਨੂੰ ਕੁਛ ਲੈਣਾ ਦੇਣਾ ਨਹੀਂ। ਜੀ ਜੀ। ਹੌਲੀ ਹੌਲੀ ਸੋਚ ਪਨਪ ਰਹੀ ਹੈ। ਇੱਥੇ ਜਿੰਨੇ ਵੀ ਵੱਡੇ ਹੌਸਪੀਟਲਸ ਜੋ ਤਿਆਰ ਹੋ ਰਹੇ ਨੇ ਉਹਨਾਂ 'ਚ ਇਨ ਬਿਨ ਉਸੇ ਤਰ੍ਹਾਂ ਤੁਸੀਂ ਵੇਖੋਗੇ ਜੋ ਸਰਕਾਰੀ ਹਸਪਤਾਲਾਂ ਵਿੱਚ 5000 ਵਿੱਚ ਇਲਾਜ ਹੋ ਸਕਦਾ ਸੀ ਉੱਥੇ 25 ਲੱਖ ਵਿੱਚ ਹੁੰਦਾ ਜੇ ਕਿਉਂਕਿ ਉਹਨਾਂ ਨੇ ਆਪਣੇ ਸਿਰ ਤੇ ਇਲਜ਼ਾਮ ਲੈਣਾ ਹੀ ਨਹੀਂ। ਕਹਿੰਦੇ ਨੇ ਟੈਸਟ ਸਾਰੇ ਕਰਾਓ, ਬਿਮਾਰੀ ਲੱਭਦੀ ਹੈ ਇਲਾਜ ਕਰਾਓ, ਜੇ ਉਦੋਂ ਤੱਕ ਬਚਦੇ ਹੋ ਠੀਕ ਹੈ ਨਹੀਂ ਤਾਂ ਰੱਬ ਰੱਖਾ। ਸੋ ਇਹ ਸੋਚ ਸਾਨੂੰ ਹੌਲੀ ਹੌਲੀ ਜੇ ਤਬਦੀਲ ਕਰਨੀ ਹੈ ਕਿਉਂਕਿ ਸਾਡਾ ਮੁਲਕ ਗਰੀਬਾਂ ਦਾ ਮੁਲਕ ਹੈ। ਇੱਥੇ ਸਾਨੂੰ ਸਸਤੇ ਇਲਾਜ ਦੀ ਇਸ ਵੇਲੇ ਲੋੜ ਹੈ ਤਾਂ ਉਹਦਾ ਮਤਲਬ ਹੈ ਕਿ ਸਰਕਾਰਾਂ ਸਾਰੀਆਂ ਦਾ ਪਹਿਲਾ ਰੋਲ ਹੈ ਕਿ ਉਹ ਸਿੱਖਿਆ ਵੱਲ ਯਾਨੀ ਵਿੱਦਿਆ ਅਤੇ ਦੂਸਰੀ ਗੱਲ ਇਹ ਹਸਪਤਾਲਾਂ ਵਿੱਚ ਇਸ ਵੇਲੇ ਜੇ ਉਹ ਨਹੀਂ ਇਹਨਾਂ ਵਾਲੇ ਪਾਸੇ ਖਿਆਲ ਕਰਨਗੇ, ਇਹਨਾਂ ਵੱਲ ਜੇ ਨਹੀਂ ਖਰਚਾ ਕਰਨਗੇ ਜਾਂ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਅਗਾਂਹ ਲਿਆਉਣਗੇ ਤਾਂ ਨਾ ਤਾਂ ਅਸੀਂ ਆਪਣੇ ਬੱਚੇ ਇਹੋ ਜਿਹੇ ਪੜ੍ਹਾਈ ਵੱਲੋਂ ਤਿਆਰ ਕਰ ਸਕਾਂਗੇ ਕਿਉਂਕਿ ਜੋ ਸਰਕਾਰੀ ਸਕੂਲਾਂ ਦਾ ਹਾਲ ਹੈ ਸਭ ਨੂੰ ਪਤਾ ਹੈ। ਬਿਲਕੁਲ ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਦਾ ਹਾਲ ਹੈ ਜਿੱਥੇ ਕੁਝ ਵੀ ਕਿਸੇ ਤੋਂ ਲੁਕਿਆ ਨਹੀਂ। ਸੋ ਇਹ ਚੀਜ਼ਾਂ ਉਦੋਂ ਤੱਕ ਇਹਨਾਂ 'ਚ ਸੁਧਾਰ ਨਹੀਂ ਲਿਆਇਆ ਜਾ ਸਕਦਾ ਜਦ ਤੱਕ ਇਹ ਅੰਤਰਰਾਸ਼ਟਰੀ ਪੱਧਰ ਦੇ ਬਣਾਉਣ ਲਈ ਇਹਨਾਂ 'ਤੇ ਖਰਚੇ ਨਹੀਂ ਕੀਤੇ ਜਾਂਦੇ। ਮੈਨੂੰ ਲੱਗਦਾ ਵੱਡੀ ਪੱਧਰ 'ਤੇ ਲੋਕਾਂ ਨੂੰ ਸਮਝ ਆ ਗਈ ਹੋਣੀ ਹੈ ਕਿ ਜਿੰਨੇ ਧਾਰਮਿਕ ਥਾਵਾਂ ਦੇ ਉੱਤੇ ਉਹ ਪੈਸੇ ਰੋੜਦੇ ਸੀ ਉਹਦੀ ਥਾਂ 'ਤੇ ਜੇ ਇਸ ਪਾਸਿਆਂ ਵੱਲ ਨੂੰ ਕੋਈ ਲਾਣਾ ਸ਼ੁਰੂ ਕਰੇਗਾ ਤਾਂ ਯਕੀਨਨ ਅਸੀਂ ਮੌਤ ਤੋਂ ਬਚ ਸਕਾਂਗੇ, ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਸਕਾਂਗੇ, ਕੁਝ ਉਸਾਰੂ ਗੱਲਾਂ ਵੀ ਕਰਾਂਗੇ। ਸੋ ਇਸ ਪਾਸੇ ਵੱਲ ਅੱਜ ਦੇ ਦਿਨ ਧਿਆਨ ਕਰਨ ਦੀ ਲੋੜ ਹੈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਚੰਗੇ ਨੁਕਤੇ 'ਤੇ ਤੁਸੀਂ ਜਿਹੜਾ ਹੈ ਸਾਡਾ ਧਿਆਨ ਦਿਵਾਇਆ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।